ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੱਲ ਬਦਲੇਗੀ ਅਮਰੀਕਾ ਦੀ ਸਿਆਸੀ ਤਸਵੀਰ, ਦੇਸ਼ ਦੇ ਵਿੱਚ ਲਾਗੂ ਹੋਈਆਂ ਪਾਬੰਦੀਆਂ। ਟਰੰਪ ਕਰਨਗੇ 100 ਮੁਆਫੀਆਂ ਜਾਰੀ, ਆਪਣੇ ਆਪ ਨੂੰ ਟਰੰਪ ਕਰਨਗੇ ਮੁਆਫ। ਇਸ ਹਫ਼ਤੇ ਕੈਨੇਡਾ ਨੂੰ ਨਹੀਂ ਮਿਲੇਗੀ ਕਰੋਨਾ ਵੈਕਸੀਨ, ਟੀਕੇ ਦੀ ਸਪਲਾਈ ਦੇ ਵਿੱਚ ਦੇਰੀ ਹੈ ਕਾਰਨ। ਕੈਲੀਫੋਰਨੀਆ ਦੀ ਬੱਤੀ ਹੋਈ ਬੰਦ, ਤੇਜ਼ ਹਵਾਵਾਂ ਕਾਰਨ ਕਰਨਾ ਪਵੇਗਾ ਅਜਿਹਾ। ਟਰੂਡੋ ਨੇ ਦਿੱਤਾ ਕੀਸਟੋਨ ਪਾਈਪਲਾਈਨ ਬਾਰੇ ਵਿੱਚ ਬਿਆਨ, ਕਿਹਾ ਬਾਈਡਨ ਤੋਂ ਉਮੀਦ ਉਹ ਸੁਣਨਗੇ ਪੱਖ। ਕੀਸਟੋਨ ਪਾਈਪਲਾਈਨ ਦੇ ਬਾਰੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣਾ ਬਿਆਨ ਜਾਰੀ ਕੀਤਾ ਗਿਆ ਹੈ। ਹਾਲ ਹੀ ਦੇ ਵਿੱਚ ਖਬਰਾਂ ਸਾਹਮਣੇ ਆ ਰਹੀਆਂ ਸਨ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਜੋ ਬਾਈਡਨ ਆਪਣੇ ਕਾਰਜਕਾਲ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਕੈਨੇਡਾ ਨੂੰ ਝਟਕਾ ਦੇ ਸਕਦੇ ਹਨ। ਉਹਨਾਂ ਵੱਲੋਂ ਕੀਸਟੋਨ ਪਾਈਪਲਾਈਨ ਪ੍ਰੋਜੈਕਟ ਨੂੰ ਰੱਦ ਕੀਤਾ ਜਾ ਸਕਦਾ ਹੈ। ਅਜਿਹੇ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਯੂਐਸ ਦਾ ਨਵਾਂ ਐਡਮਿਨਿਸਟ੍ਰੇਸ਼ਨ ਕੈਨੇਡਾ ਦੀ ਗੱਲ ਜ਼ਰੂਰ ਸੁਣੇਗਾ ਕਿ ਕਿਉਂ ਉਹਨਾਂ ਵੱਲੋਂ ਇਸ ਪ੍ਰੋਜੈਕਟ ਨੂੰ ਸਪੋਰਟ ਕੀਤਾ ਜਾ ਰਿਹਾ ਹੈ। ਹਾਲ ਹੀ ਦੇ ਵਿੱਚ ਖਬਰਾਂ ਸਾਹਮਣੇ ਆਈਆਂ ਸਨ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਆਪਣੇ ਸ਼ੁਰੂਆਤੀ ਕਾਰਜਕਾਲ ਦੇ ਵਿੱਚ ਕੈਨੇਡਾ ਨੂੰ ਝਟਕਾ ਦੇ ਸਕਦੇ ਹਨ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਕੀਸਟੋਨ ਪਾਈਪਲਾਈਨ ਦੇ ਉੱਪਰ ਰੋਕ ਲਗਾ ਸਕਦੇ ਹਨ, ਜਾਣੀ ਕਿ ਇਸ ਪ੍ਰੋਜੈਕਟ ਨੂੰ ਰੱਦ ਕਰ ਸਕਦੇ ਨੇ। ਹੁਣ ਇਸ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਬਿਆਨ ਸਾਹਮਣੇ ਆਇਆ ਹੈ। ਦਰਅਸਲ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੂੰ ਸਵਾਲ ਪੁੱਛਿਆ ਗਿਆ। ਇਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਉਮੀਦ ਕਰਦਾ ਹੈ ਕਿ ਆਉਣ ਵਾਲੀ ਯੂਐਸ ਐਡਮਿਨਿਸਟ੍ਰੇਸ਼ਨ ਇਹ ਜ਼ਰੂਰ ਸੁਣੇਗੀ ਕਿ ਕੈਨੇਡਾ ਕੀਸਟੋਨ ਐਕਸਐਲ ਪਾਈਪਲਾਈਨ ਨੂੰ ਕਿਉਂ ਸਪੋਰਟ ਕਰਦਾ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਜੋ ਬਾਈਡਨ ਪਾਈਪਲਾਈਨ ਐਕਸਪੈਂਸ਼ਨ ਨੂੰ ਰੱਦ ਕਰ ਸਕਦੇ ਹਨ। ਜੋ ਬਾਈਡਨ ਦੇ ਇਸ ਕਦਮ ਦੀ ਸ਼ਲਾਘਾ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਵੀ ਕੀਤੀ ਗਈ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਪ੍ਰੋਜੈਕਟ ਦਾ ਸਮਰਥਨ ਜਾਣੀ ਕਿ ਸਪੋਰਟ ਨਹੀਂ ਕਰਦੇ। ਉਧਰ ਗ੍ਰੀਨ ਪਾਰਟੀ ਲੀਡਰ ਐਨਾਮੀ ਪੌਲ ਨੇ ਵੀ ਕਿਹਾ ਸੀ ਕਿ ਇਹ ਇੱਕ ਚੰਗਾ ਕਦਮ ਹੈ ਜੇਕਰ ਜੋ ਬਾਈਡਨ ਅਜਿਹਾ ਕਰਦੇ ਹਨ। ਉਧਰ ਐਲਬਰਟਾ ਪ੍ਰੀਮੀਅਰ ਜੇਸਨ ਕੈਨੀ ਵੱਲੋਂ ਵੀ ਇਸ ਦੇ ਬਾਰੇ ਵਿੱਚ ਆਪਣਾ ਪੱਖ ਰੱਖਿਆ ਗਿਆ ਸੀ। Like I've said, I've been very, very clear on my support for this project for the past 7 years. I have continued to work with American officials and members of various administrations on promoting and demonstrating the importance of this project from a jobs perspective, but also from an energy security perspective. I brought up this issue in my very first conversation with President-elect Biden before Christmas. Our officials in Washington have continued to make the case for Keystone XL. We understand, of course, that it is a commitment that the administration made many months ago, or the candidate Joe Biden made to cancel this pipeline. At the same time, we continue to demonstrate the leadership that Canada has shown on fighting climate change and on ensuring energy security as a priority for North America. We're going to continue to make that case, and I look forward to speaking with President Biden in the coming days to talk about this and many other issues that we will work on together as we build back better and as we fight COVID-19. ਕੱਲ ਅਮਰੀਕਾ ਦੀ ਸਿਆਸੀ ਤਸਵੀਰ ਬਦਲਣ ਜਾ ਰਹੀ ਹੈ, ਕਿਉਂਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਜੋ ਬਾਈਡਨ ਸਹੁੰ ਚੁੱਕਣ ਜਾ ਰਹੇ ਹਨ। ਅਜਿਹੇ ਦੇ ਵਿੱਚ ਕਾਫੀ ਸਖਤੀਆਂ ਵਾਸ਼ਿੰਗਟਨ ਦੇ ਵਿੱਚ ਕੀਤੀਆਂ ਗਈਆਂ ਹਨ। ਜੋ ਹਾਲ ਹੀ ਦੇ ਦਿਨਾਂ ਦੇ ਵਿੱਚ ਹਿੰਸਾ ਇੱਥੇ ਵਾਪਰੀ ਸੀ ਕੈਪੀਟੋਲ ਬਿਲਡਿੰਗ ਦੇ ਵਿੱਚ, ਅਸੀਂ ਦੇਖਿਆ ਕਿ ਟਰੰਪ ਸਪੋਰਟਰਸ ਦੇ ਵੱਲੋਂ ਕਿਸ ਤਰ੍ਹਾਂ ਹਿੰਸਾ ਕੀਤੀ ਗਈ। ਉਸ ਦੇ ਚੱਲਦਿਆਂ ਜੋ ਚੇਤਾਵਨੀ ਜਾਰੀ ਕੀਤੀ ਗਈ ਹੈ, ਉਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਸਖਤੀ ਕੀਤੀ ਗਈ ਹੈ। ਵਾਸ਼ਿੰਗਟਨ ਦੇ ਵਿੱਚ ਲਾਕਡਾਊਨ ਲਗਾਇਆ ਗਿਆ ਹੈ। ਸੜਕਾਂ ਦੇ ਉੱਪਰ ਆਮ ਲੋਕ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਵਾਹਨ ਨਜ਼ਰ ਨਹੀਂ ਆ ਰਹੇ। ਪੂਰੀਆਂ ਇੱਥੇ ਸਖਤੀਆਂ ਕੀਤੀਆਂ ਗਈਆਂ ਨੇ, ਕਿਉਂਕਿ ਇਸ ਹਿੰਸਾ ਦੇ ਕਾਰਨ ਜੋ ਚੇਤਾਵਨੀ ਜਾਰੀ ਕੀਤੀ ਗਈ ਹੈ, ਇਸ ਦੇ ਦੌਰਾਨ ਜੋ ਬਾਈਡਨ ਵੱਲੋਂ ਸਹੁੰ ਚੁੱਕੀ ਜਾਵੇਗੀ। ਕੱਲ ਤੋਂ ਅਮਰੀਕਾ ਦੀ ਸਿਆਸਤ ਦੀ ਤਸਵੀਰ ਬਦਲਣ ਵਾਲੀ ਹੈ, ਕਿਉਂਕਿ ਜੋ ਬਾਈਡਨ ਸਹੁੰ ਚੁੱਕਣ ਜਾ ਰਹੇ ਹਨ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੇ ਤੌਰ ਦੇ ਉੱਪਰ। ਅਜਿਹੇ ਦੇ ਵਿੱਚ ਹਿੰਸਾ ਦਾ ਖਤਰਾ ਹੈ ਤੇ ਦੇਸ਼ ਦੇ ਵਿੱਚ ਸਖਤ ਪਾਬੰਦੀਆਂ ਲਗਾਈਆਂ ਗਈਆਂ ਨੇ। ਟਰੰਪ ਦੇ ਸਪੋਰਟਰਸ ਵੱਲੋਂ ਹਿੰਸਾ ਦੇ ਸਾਏ ਹੇਠ ਜੋ ਬਾਈਡਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਸਹੁੰ ਚੁੱਕਣਗੇ, ਜਿਨ੍ਹਾਂ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ। ਇਸ ਵਾਰ ਦੀਆਂ ਇਹਨਾਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਜੋ ਬਾਈਡਨ ਨੇ ਡੋਨਲਡ ਟਰੰਪ ਨੂੰ ਸਖਤ ਮੁਕਾਬਲਾ ਦਿੱਤਾ ਸੀ ਅਤੇ ਇਸ ਦੇ ਵਿੱਚ ਉਹਨਾਂ ਵੱਲੋਂ ਜਿੱਤ ਹਾਸਲ ਕੀਤੀ ਗਈ। ਪਰ ਟਰੰਪ ਨੇ ਇਹਨਾਂ ਨਤੀਜਿਆਂ ਨੂੰ ਸਵੀਕਾਰ ਨਹੀਂ ਕੀਤਾ।
ਜਿਸ ਤੋਂ ਬਾਅਦ ਕਈ ਤਰ੍ਹਾਂ ਦੀ ਬਿਆਨਬਾਜ਼ੀ ਉਹਨਾਂ ਵੱਲੋਂ ਜਾਰੀ ਕੀਤੀ ਗਈ। ਨਾਲ ਹੀ ਟਰੰਪ ਦੇ ਸਪੋਰਟਰਸ ਨੇ ਇਲੀਗਲ ਤਰੀਕੇ ਦੇ ਨਾਲ ਕੈਪੀਟੋਲ ਬਿਲਡਿੰਗ ਦੇ ਵਿੱਚ ਦਾਖਲ ਹੋ ਕੇ ਹਿੰਸਾ ਵੀ ਕੀਤੀ ਸੀ। FBI ਵੱਲੋਂ ਰਾਜਧਾਨੀ ਵਾਸ਼ਿੰਗਟਨ ਦੇ ਸਾਰੇ 50 ਸੂਬਿਆਂ ਦੇ ਵਿੱਚ ਸਹੁੰ ਚੁੱਕਣ ਦੌਰਾਨ ਹਥਿਆਰਬੰਦ ਵਿਰੋਧੀਆਂ ਦੀ ਚੇਤਾਵਨੀ ਜਾਰੀ ਕੀਤੀ ਹੈ। ਸਹੁੰ ਚੁੱਕਣ ਵਾਲੀ ਥਾਂ ਤੋਂ ਲੈ ਕੇ ਪੂਰੇ ਵਾਸ਼ਿੰਗਟਨ ਤੱਕ ਵੱਡੇ ਪੱਧਰ ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਸਹੁੰ ਚੁੱਕ ਸਮਾਗਮ ਦੌਰਾਨ ਪੁਲਿਸ ਤੋਂ ਇਲਾਵਾ ਸੈਨਿਕਾਂ ਨੂੰ ਵੀ ਸੁਰੱਖਿਆ ਡਿਊਟੀ ਤੇ ਲਗਾਇਆ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਵਾਸ਼ਿੰਗਟਨ DC ਦੇ ਵਿੱਚ ਪਹਿਲਾਂ ਹੀ ਲਾਕਡਾਊਨ ਲਾਗੂ ਕਰ ਦਿੱਤਾ ਗਿਆ। ਬਹੁਤੀਆਂ ਸੜਕਾਂ ਇਸ ਦੇ ਲਈ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ ਜੋ ਕਿਸੇ ਨੂੰ ਵੀ ਗੜਬੜ ਪੈਦਾ ਕਰਨ ਦਾ ਮੌਕਾ ਨਾ ਮਿਲੇ। ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਬਾਈਡਨ ਦੇ ਸਹੁੰ ਚੁੱਕ ਸਮਾਰੋਹ ਦੌਰਾਨ ਅਤੇ ਬਾਅਦ ਦੇ ਵਿੱਚ ਸ਼ਾਂਤੀ ਰੱਖਣ ਦੇ ਲਈ ਦੇਸ਼ ਭਰ ਦੇ ਵਿੱਚ ਹਥਿਆਰਾਂ, ਇਸ ਦੇ ਇਕਵਿਪਮੈਂਟਸ ਅਤੇ ਸੁਰੱਖਿਆ ਇਕਵਿਪਮੈਂਟਸ ਦੇ ਇਸ਼ਤਿਹਾਰਾਂ ਦੇ ਉੱਪਰ ਪਾਬੰਦੀ ਲਗਾ ਦਿੱਤੀ ਹੈ। ਇੰਨਾ ਹੀ ਨਹੀਂ, ਫੇਸਬੁੱਕ ਵੱਲੋਂ ਇਸ ਤਰ੍ਹਾਂ ਦੇ ਕਈ ਪੇਜਸ ਦੇ ਉੱਪਰ ਵੀ ਪਾਬੰਦੀ ਲਗਾਈ ਗਈ ਹੈ ਜਿਸ ਦੇ ਵਿੱਚ ਟਰੰਪ ਦੇ ਸਪੋਰਟਰਸ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀ ਸੰਭਾਵਨਾ ਹੈ। ਅਮਰੀਕਾ ਦੇ 3 ਸੈਨੇਟਰਾਂ ਨੇ ਫੇਸਬੁੱਕ ਦੇ CEO ਮਾਰਕ ਜ਼ੁਕਰਬਰਗ ਨੂੰ ਇੱਕ ਲੈਟਰ ਲਿਖਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਇਹਨਾਂ ਇਕਵਿਪਮੈਂਟਸ ਦੇ ਇਸ਼ਤਿਹਾਰਾਂ ਤੇ ਪੱਕੇ ਤੌਰ ਦੇ ਉੱਪਰ ਰੋਕ ਲਗਾਉਣ ਦੇ ਲਈ ਕਿਹਾ ਸੀ। ਇੱਧਰ ਜੋ ਬਾਈਡਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ 20 ਜਨਵਰੀ ਜਾਣੀ ਕਿ ਕੱਲ ਨੂੰ ਸਹੁੰ ਚੁੱਕਣਗੇ ਤੇ ਉੱਧਰ ਡੋਨਲਡ ਟਰੰਪ ਬਾਈਡਨ ਦੇ ਸਹੁੰ ਚੁੱਕਣ ਤੋਂ ਬਾਅਦ 20 ਜਨਵਰੀ ਨੂੰ ਜਾਣੀ ਕੱਲ ਨੂੰ ਵਾਈਟ ਹਾਊਸ ਛੱਡ ਦੇਣਗੇ। ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਬਾਕੀ ਯੂਰਪੀਅਨ ਦੇਸ਼ਾਂ ਦੀ ਮੰਗ ਪੂਰਾ ਕਰਨ ਦੇ ਚੱਲਦਿਆਂ ਬਾਕੀ ਦੇਸ਼ਾਂ ਦੇ ਲਈ ਕੋਵਿਡ ਵੈਕਸੀਨ ਦੀ ਜੋ ਸਪਲਾਈ ਹੈ ਉਸ ਵਿੱਚ ਦੇਰੀ ਕੀਤੀ ਜਾ ਰਹੀ ਹੈ। ਅਜਿਹੇ ਦੇ ਵਿੱਚ ਹੁਣ ਮਾਹਿਰਾਂ ਵੱਲੋਂ ਚਿੰਤਾ ਪ੍ਰਗਟ ਕੀਤੀ ਗਈ ਹੈ। ਉਹਨਾਂ ਕਿਹਾ ਹੈ ਕਿ ਜੇਕਰ ਪ੍ਰੋਵਿੰਸਸ ਦੇ ਵਿੱਚ ਦੂਸਰੇ ਡੋਜ਼ ਨੂੰ ਦੇਣ ਵਿੱਚ ਜ਼ਿਆਦਾ ਸਮੇਂ ਦਾ ਗੈਪ ਰੱਖਿਆ ਜਾਂਦਾ ਹੈ ਤੇ ਇਸ ਦੇ ਨਾਲ ਨਾ ਤੇ ਇਮਿਊਨਿਟੀ ਚੰਗੀ ਤਰ੍ਹਾਂ ਜੋ ਕਿਸੇ ਵਿਅਕਤੀ ਦੇ ਵਿੱਚ ਬਣੇਗੀ ਬਲਕਿ ਜੋ ਵੈਕਸੀਨ ਹੈ, ਟੀਕਾ ਹੈ, ਉਹ ਵੇਸਟ ਹੋਵੇਗਾ। ਕਰੋਨਾ ਵਾਇਰਸ ਦੀ ਸਪਲਾਈ ਦੇ ਲਈ ਸ਼ਾਰਟੇਜ ਦੇ ਚੱਲਦਿਆਂ ਕੈਨੇਡੀਅਨ ਪ੍ਰੋਵਿੰਸਸ ਨੇ ਸੈਕਿੰਡ ਡੋਜ਼ ਡਿਲੇ ਕਰਨ ਦਾ ਫੈਸਲਾ ਕੀਤਾ ਜਿਸ ਦਾ ਮਤਲਬ ਹੈ ਕਿ ਜਿਨ੍ਹਾਂ ਨੂੰ ਕੋਵਿਡ ਦਾ ਪਹਿਲਾ ਡੋਜ਼ ਲਗਾਇਆ ਗਿਆ ਉਹਨਾਂ ਨੂੰ ਦੂਸਰੇ ਡੋਜ਼ ਦੇ ਲਈ ਇੰਤਜ਼ਾਰ ਕਰਨਾ ਪਵੇਗਾ। ਇਸ ਉੱਪਰ ਹੁਣ ਐਕਸਪਰਟਸ ਨੇ ਕਿਹਾ ਹੈ ਕਿ ਇਹ ਰਿਸਕੀ ਹੋ ਸਕਦਾ ਹੈ। ਓਨਟਾਰੀਓ ਸਰਕਾਰ ਨੇ ਹਾਲ ਹੀ ਦੇ ਵਿੱਚ ਐਲਾਨ ਕੀਤਾ ਸੀ ਕਿ ਜਿਨ੍ਹਾਂ ਲੌਂਗ ਟਰਮ ਕੇਅਰ ਰੈਜ਼ੀਡੈਂਟਸ ਨੂੰ ਪਹਿਲਾ ਡੋਜ਼ ਲਗਾਇਆ ਗਿਆ ਹੈ ਅਗਲੇ ਵਾਸਤੇ ਉਹਨਾਂ ਨੂੰ 21 ਤੋਂ 27 ਦਿਨਾਂ ਦਾ ਇੰਤਜ਼ਾਰ ਕਰਨਾ ਪਵੇਗਾ। ਇਸ ਤੋਂ ਇਲਾਵਾ ਬਾਕੀਆਂ ਨੂੰ ਦੂਸਰਾ ਡੋਜ਼ 42 ਦਿਨਾਂ ਬਾਅਦ ਲਗਾਇਆ ਜਾਵੇਗਾ। ਇਹ ਫੈਸਲਾ ਉਸ ਤੋਂ ਬਾਅਦ ਲਿਆ ਗਿਆ ਜਦੋਂ ਫਾਈਜ਼ਰ ਨੇ ਕਰੋਨਾ ਟੀਕੇ ਦੀ ਸਪਲਾਈ ਵਿੱਚ ਦੇਰੀ ਦੀ ਗੱਲ ਆਖੀ ਸੀ ਕਿਉਂਕਿ ਫਾਈਜ਼ਰ ਯੂਰਪੀਅਨ ਮੈਨੂਫੈਕਚਰਿੰਗ ਨੂੰ ਪੂਰਾ ਕਰ ਰਿਹਾ ਹੈ। ਪਿਛਲੇ ਮਹੀਨੇ ਬ੍ਰਿਟਿਸ਼ ਕੋਲੰਬੀਆ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਫਾਈਜ਼ਰ ਅਤੇ ਮੋਡਰਨਾ ਦੋਹਾਂ ਟੀਕਿਆਂ ਦੀ ਦੂਸਰੀ ਖੁਰਾਕ ਦਾ ਸਕੇਡਿਊਲ ਬਦਲ ਰਹੇ ਹਨ। ਉਹਨਾਂ ਵੱਲੋਂ ਇਹਨਾਂ ਡੋਜ਼ਸ ਦੇ ਵਿੱਚ 35 ਦਿਨਾਂ ਦਾ ਗੈਪ ਰੱਖਣ ਦੀ ਗੱਲ ਕਹੀ ਗਈ। ਅਜਿਹਾ ਇਸ ਕਰਕੇ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਕੋਵਿਡ-19 ਦਾ ਟੀਕਾ ਉਸ ਦੀ ਪਹਿਲੀ ਖੁਰਾਕ ਦਿੱਤੀ ਜਾਵੇ। ਕਿਊਬੈਕ ਦੇ ਵਿੱਚ 3 ਮਹੀਨੇ ਦਾ ਗੈਪ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਫੈਸਲੇ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਤਾਂ ਖੜੇ ਹੋ ਹੀ ਗਏ ਨੇ, ਨਾਲ ਹੀ ਚਿੰਤਾ ਵੀ ਵੱਧ ਗਈ ਹੈ। ਯੂਨੀਵਰਸਿਟੀ ਆਫ ਟੋਰਾਂਟੋ ਦੇ ਇਮਿਊਨੋਲੋਜੀ ਦੇ ਪ੍ਰੋਫੈਸਰ ਡਾਕਟਰ ਐਲਬਰਟੋ ਮਾਰਟਿਨ ਨੇ ਕਿਹਾ ਕਿ ਜੇਕਰ ਇੰਨੇ ਸਮੇਂ ਦਾ ਗੈਪ 2 ਡੋਜ਼ਸ ਦੇ ਵਿੱਚ ਪਾਇਆ ਜਾਂਦਾ ਹੈ ਤਾਂ ਇਸ ਦੇ ਨਾਲ ਵੈਕਸੀਨ ਵੇਸਟ ਹੋਵੇਗੀ ਅਤੇ ਅਜਿਹਾ ਕਰਨ ਦੇ ਉੱਪਰ ਲੋਕਾਂ ਦੇ ਵਿੱਚ ਪੂਰੀ ਤਰ੍ਹਾਂ ਇਮਿਊਨਿਟੀ ਵਿਕਸਿਤ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਵੈਕਸੀਨ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਨਾਲ ਦੀ ਨਾਲ ਉਹਨਾਂ ਨੇ ਕੈਨੇਡਾ ਦੀ ਕੋਵਿਡ-19 ਅਪਡੇਟ ਦੀ ਸਾਂਝ ਪਾਈ ਹੈ। ਪਰ ਇੱਥੇ ਖਾਸ ਤੌਰ ਦੇ ਉੱਪਰ ਇੱਕ ਗੱਲ ਦੱਸ ਦਈਏ ਕਿ ਅੱਜ ਆਪਣੇ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਬਿਨਾਂ ਕਿਸੇ ਚੇਤਾਵਨੀ ਦਿੱਤਿਆਂ ਕੈਨੇਡਾ ਦੇ ਵਿੱਚ ਜੋ ਕੋਵਿਡ-19 ਦੇ ਹਾਲਾਤ ਨੇ ਹੋ ਸਕਦਾ ਹੈ ਕਿ ਟਰੈਵਲ ਰਿਸਟ੍ਰਿਕਸ਼ਨਸ ਹੋਰ ਸਖਤ ਕਰ ਦਿੱਤੀਆਂ ਜਾਣ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੋਵਿਡ-19 ਦੀ ਕੈਨੇਡਾ ਦੇ ਵਿੱਚ ਜੋ ਸਥਿਤੀ ਹੈ ਉਸ ਦੀ ਅਪਡੇਟ ਪ੍ਰੈਸ ਕਾਨਫਰੰਸ ਦੇ ਦੌਰਾਨ ਸਾਂਝੀ ਕੀਤੀ ਗਈ। ਟਰੂਡੋ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਵੱਲੋਂ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਦੀ ਜਾਨ ਇਸ ਵਾਇਰਸ ਤੋਂ ਬਚਾਈ ਜਾ ਸਕੇ। ਇਸ ਦੇ ਨਾਲ ਹੀ ਉਹਨਾਂ ਨੇ ਵੈਕਸੀਨ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਲਗਾਤਾਰ ਉਹ ਇਸ ਚੀਜ਼ ਦੇ ਉੱਪਰ ਕੰਮ ਕਰ ਰਹੇ ਨੇ ਤਾਂ ਕਿ ਲੋਕਾਂ ਤੱਕ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਦੀ ਪਹੁੰਚ ਮੁਹੱਈਆ ਕਰਵਾਈ ਜਾ ਸਕੇ। ਇਸ ਮੌਕੇ ਦੇ ਉੱਪਰ ਕਿਸ ਤਰ੍ਹਾਂ ਦੇ ਪਲਾਨ ਅਪਣਾਏ ਜਾ ਰਹੇ ਹਨ, ਕਿਸ ਤਰ੍ਹਾਂ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਇਸ ਦੇ ਬਾਰੇ ਵੀ ਉਹਨਾਂ ਨੇ ਅਪਡੇਟ ਦਿੱਤੀ ਹੈ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਟਰੂਡੋ ਵੱਲੋਂ ਇਸ ਮੌਕੇ ਦੇ ਉੱਪਰ ਕਿਹੜੀਆਂ ਹੋਰ ਗੱਲਾਂ ਦੀ ਸਾਂਝ ਪਾਈ ਗਈ। As of last week, we had delivered close to 1 million doses total to the provinces and territories. There's still a lot of work to do, but these shipments are already bringing relief and hope to communities across the country. Every day,
More vulnerable people in long-term care homes and more healthcare workers are getting vaccinated. And in Indigenous and Northern communities too, the immunization campaign is ongoing. Last week on Vancouver Island, 600 doses arrived for the Cowichan tribes. Within just 2 days, every single one had been administered. Over the weekend, 9 Cree communities in northern Quebec received boxes of doses. And in the coastal Inuit community of Nain, Nunatsiavut, Canadian Rangers were deployed and did great work to support the vaccination efforts. This is what teamwork looks like. To everyone who's part of this effort, thank you. When we work towards a common goal, we get results for all Canadians. Now, even with this good news, the situation is still critical. Our fight is not over. That's why we have the plan Canada needs to get you and your family vaccinated as soon as possible and to deal with any roadblocks that come up in our way. For example, Pfizer's global supply issues are not ideal, but that's why we were so ambitious in the large numbers of contracts we signed and doses we secured. I can tell you that Minister Anand is in contact with the company every day. Remember, this situation with the Pfizer delay is temporary. Our vaccination objectives for the first quarter of the year, January to March, are not changing. And the total number of doses committed to us is still the same, with every Canadian who wants to get vaccinated able to get vaccinated by September. It is absolutely critical that everyone keeps doing their part to slow the spread of COVID-19. We owe it to ourselves, to our families, and to everyone around us. Vaccines are coming. In a few months, spring will be here. So now is not the time to abandon our efforts. I think of the tragic and unacceptable situation in long-term care facilities in Ontario and across the country. Our parents and grandparents deserve better. Our nurses deserve better. So to the residents, we are doing everything we can to get you your vaccine as quickly as possible. And to the workers, I know your families are worried as you are worried about them. I know that your kids are afraid to lose you every time you go to work and you're afraid of bringing home the virus. So if you haven't already received it, we're getting you your vaccine as soon as possible. So thank you for everything that you do. Your dedication, your commitment to Canadians impresses us all. There's a lot more work to be done, but we're making important progress. Last Friday, Mayor Watson here in Ottawa said that all long-term care homes in the city have finished their first round of vaccination. In Quebec, 3/4 of long-term care home residents have had their first shot. More doses are coming, and we won't stop until everyone is safe. ओंटारियो ਦੇ ਵਿੱਚ ਸਟੇ ਐਟ ਹੋਮ ਦੇ ਆਰਡਰ ਜਾਰੀ ਕੀਤੇ ਗਏ ਹਨ। ਅਜਿਹੇ ਦੇ ਵਿੱਚ ਖਬਰ ਸਾਹਮਣੇ ਆਈ ਹੈ ਕਿ ਇੱਕ ਔਰਤ ਨੇ ਆਪਣੇ ਬੱਚਿਆਂ ਨੂੰ ਆਪਣੇ ਸਹੁਰੇ ਪਰਿਵਾਰ ਦੇ ਘਰ ਛੱਡਿਆ, ਜਿਸ ਦੇ ਚੱਲਦਿਆਂ ਹੁਣ ਉਸ ਨੂੰ ਜੁਰਮਾਨਾ ਦੇਣਾ ਪਵੇਗਾ। ਪੁਲਿਸ ਨੇ ਇਸ ਔਰਤ ਨੂੰ $880 ਦਾ ਜੁਰਮਾਨਾ ਲਗਾਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਔਰਤ ਵੱਲੋਂ ਉਲੰਘਣ ਕੀਤਾ ਗਿਆ। ਦੂਸਰੇ ਪਾਸੇ ਔਰਤ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜੋ ਨਵੇਂ ਨਿਯਮਾਂ ਦਾ ਓਂਟਾਰੀਓ ਦੇ ਵਿੱਚ ਐਲਾਨ ਕੀਤਾ ਗਿਆ, ਉਸ ਦੇ ਤਹਿਤ ਕੇਅਰ ਸੈਂਟਰ ਤੋਂ ਬੱਚਿਆਂ ਨੂੰ ਲਿਜਾਇਆ ਵੀ ਜਾ ਸਕਦਾ ਹੈ ਤੇ ਉੱਥੇ ਛੱਡਿਆ ਵੀ ਜਾ ਸਕਦਾ ਹੈ। ਤੇ ਇਸ ਔਰਤ ਨੇ ਪੂਰੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ ਹੈ ਕਿ ਇਹਨਾਂ ਬੱਚਿਆਂ ਨੂੰ ਉਸਨੇ ਆਪਣੇ ਫਾਦਰ ਇਨ ਲਾਅ ਦੇ ਘਰ ਡ੍ਰੌਪ ਕੀਤਾ ਸੀ। ਪਰ ਪੁਲਿਸ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਔਰਤ ਨੂੰ ਇਸ ਕਰਕੇ ਫਾਈਨ ਲਗਾਇਆ ਗਿਆ ਹੈ ਕਿਉਂਕਿ ਇਸ ਵੱਲੋਂ ਓਂਟਾਰੀਓ ਰੀਓਪਨਿੰਗ ਐਕਟ ਦਾ ਉਲੰਘਣ ਕੀਤਾ ਗਿਆ। ਓਂਟਾਰੀਓ ਦੇ ਵਿੱਚ ਸਟੇ ਐਟ ਹੋਮ ਦੇ ਆਰਡਰ ਜਾਰੀ ਕੀਤੇ ਗਏ ਹਨ। ਇਸ ਆਦੇਸ਼ ਦਾ ਉਲੰਘਣ ਕਰਨ ਦੇ ਉੱਪਰ ਇੱਕ ਮਾਂ ਨੂੰ $880 ਦਾ ਜੁਰਮਾਨਾ ਲਗਾਇਆ ਗਿਆ। ਨਤਾਸ਼ਾ ਨੇ ਇਸ ਮੌਕੇ ਕਿਹਾ ਕਿ ਉਹ ਹੈਰਾਨ ਹੈ ਕਿ ਉਸ ਨੂੰ ਜੁਰਮਾਨਾ ਲਗਾਇਆ ਗਿਆ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਚਾਈਲਡ ਕੇਅਰ ਤੋਂ ਆਪਣੇ ਸਹੁਰਿਆਂ ਦੇ ਘਰ ਡ੍ਰੌਪ ਕਰਨ ਗਈ ਸੀ। ਨਤਾਸ਼ਾ ਨੇ ਦੱਸਿਆ ਕਿ ਉਸਨੇ ਆਫੀਸਰਸ ਨੂੰ ਸਭ ਕੁਝ ਦੱਸਿਆ। ਉਸਨੇ ਅਧਿਕਾਰੀਆਂ ਨੂੰ ਦੱਸਿਆ ਜਿਸ ਕੋਲ ਬੱਚੇ ਸਨ ਉਹ ਉਸਦੇ ਫਾਦਰ ਇਨ ਲਾਅ ਹਨ। ਦੱਸ ਦਈਏ ਕਿ ਓਂਟਾਰੀਓ ਸਰਕਾਰ ਵੱਲੋਂ ਜੋ ਨਵੇਂ ਆਰਡਰ ਜਾਰੀ ਕੀਤੇ ਗਏ ਹਨ, ਉਸ ਦੇ ਤਹਿਤ ਬੱਚਿਆਂ ਨੂੰ ਚਾਈਲਡ ਕੇਅਰ ਛੱਡ ਕੇ ਆਉਣਾ ਅਤੇ ਉੱਥੋਂ ਲੈ ਕੇ ਆਉਣ ਦੀ ਇਜਾਜ਼ਤ ਹੈ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਨਤਾਸ਼ਾ ਨੂੰ ਦਾਦਾ-ਦਾਦੀ ਕੋਲ ਬੱਚੇ ਛੱਡਣ ਦੇ ਲਈ ਚਾਰਜ ਨਹੀਂ ਕੀਤਾ ਗਿਆ, ਬਲਕਿ ਉਸਨੇ ਓਂਟਾਰੀਓ ਰੀਓਪਨਿੰਗ ਐਕਟ ਦਾ ਉਲੰਘਣ ਕੀਤਾ ਹੈ।
ਅਧਿਕਾਰੀਆਂ ਦੇ ਕਹਿਣ ਦੇ ਮੁਤਾਬਕ ਘਰ ਦੇ ਵਿੱਚ ਹੋਰ ਵੀ ਲੋਕ ਸਨ ਜਿਨ੍ਹਾਂ ਦੀ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਤਾਂ ਫਿਰ ਉਹ ਉੱਥੇ ਜਾਂਚ ਕਰਨ ਦੇ ਲਈ ਪਹੁੰਚੇ। ਦੂਜੇ ਪਾਸੇ ਨਤਾਸ਼ਾ ਦੇ ਕਹਿਣ ਦੇ ਮੁਤਾਬਕ ਉੱਥੇ ਸਿਰਫ ਉਹੀ ਲੋਕ ਸਨ ਜੋ ਉੱਥੇ ਰਹਿੰਦੇ ਹਨ। ਉਸ ਦੇ ਫਾਦਰ ਇਨ ਲਾਅ ਨੂੰ ਵੀ ਚਾਰਜ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਵੀ ਖੁਦ ਨਤਾਸ਼ਾ ਨੇ ਸਾਂਝੀ ਕੀਤੀ ਹੈ। ਇਨ੍ਹਾਂ 4 ਬੱਚਿਆਂ ਦੀ ਮਾਂ ਨੇ ਮੰਗ ਕੀਤੀ ਹੈ ਕਿ ਓਨਟਾਰੀਓ ਸਰਕਾਰ ਉਸ ਨੂੰ ਰੂਲਸ ਕਲੈਰੀਫਾਈ ਕਰੇ ਕਿਉਂਕਿ ਨਤਾਸ਼ਾ ਅਜੇ ਵੀ ਇਹ ਮੰਨਦੀ ਹੈ ਕਿ ਜੇ ਉਸ ਨੂੰ ਚਾਰਜ ਕੀਤਾ ਗਿਆ ਹੈ ਤਾਂ ਉਹ ਗਲਤ ਹੈ। ਲਾਸ ਆਫ ਸਮੈਲ ਨੂੰ ਕੋਵਿਡ-19 ਦਾ ਇੱਕ ਹਲਕਾ ਲੱਛਣ ਮੰਨਿਆ ਜਾਂਦਾ ਹੈ। ਬਹੁਤ ਸਾਰੇ ਸਿੰਪਟਮਸ ਕੋਵਿਡ-19 ਦੇ ਦੌਰਾਨ ਸਾਹਮਣੇ ਆਉਂਦੇ ਨੇ। ਅਜਿਹਾ ਹੀ ਇੱਕ ਸਿੰਪਟਮ ਹੈ ਲਾਸ ਆਫ ਸਮੈਲ। ਪਰ ਇਹ ਲਾਸ ਆਫ ਸਮੈਲ ਇੱਕ ਪਰਿਵਾਰ ਨੂੰ ਇਸ ਕਦਰ ਭਾਰੀ ਪਿਆ, ਉਹਨਾਂ ਦੀ ਤਾਂ ਜਾਨ ਬਚ ਗਈ ਪਰ ਉਹਨਾਂ ਦਾ ਪੂਰਾ ਘਰ ਸੜ ਕੇ ਸੁਆਹ ਹੋ ਗਿਆ। ਦਰਅਸਲ ਟੈਕਸਸ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਇੱਕ ਪਰਿਵਾਰ ਸੁੱਤਾ ਪਿਆ ਸੀ। ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਤੰਦਰੁਸਤ ਕੁੜੀ ਸੀ ਜਿਸ ਨੂੰ ਕੋਵਿਡ-19 ਨਹੀਂ ਸੀ। ਅਚਾਨਕ ਉਸ ਨੂੰ ਇੱਕ ਸਟਰੋਂਗ ਸਮੈਲ ਆਉਂਦੀ ਹੈ। ਉਸ ਤੋਂ ਬਾਅਦ ਉਹ ਦੇਖਦੀ ਹੈ ਤਾਂ ਉਸਨੇ ਦੇਖਿਆ ਕਿ ਪਲਾਸਟਿਕ ਜਲਣ ਦੀ ਵੀ ਬਦਬੂ ਆ ਰਹੀ ਹੈ ਤੇ ਧੂਆਂ ਸਾਰੇ ਘਰ ਦੇ ਵਿੱਚ ਹੋਇਆ ਪਿਆ ਹੈ। ਉਸ ਲੜਕੀ ਨੇ ਹਿੰਮਤ ਕਰਦਿਆਂ, ਬਹਾਦਰੀ ਦਿਖਾਉਂਦਿਆਂ ਆਪਣੇ ਪਰਿਵਾਰ ਦੇ ਬਾਕੀ ਸੁੱਤੇ ਹੋਏ ਜੀਆਂ ਨੂੰ ਉਠਾਇਆ ਕਿਉਂਕਿ ਰਾਤ ਦਾ ਉਹ ਵੇਲਾ ਸੀ ਜਦੋਂ ਘਰ ਦੇ ਵਿੱਚ ਅੱਗ ਲੱਗੀ ਹੈ। ਉਸ ਤੋਂ ਬਾਅਦ ਉਹਨਾਂ ਨੂੰ ਸੁਰੱਖਿਅਤ ਘਰੋਂ ਬਾਹਰ ਕੱਢਿਆ ਗਿਆ। ਘਰ ਪੂਰੀ ਤਰ੍ਹਾਂ ਦੇ ਨਾਲ ਸੜ ਕੇ ਸੁਆਹ ਹੋ ਗਿਆ। ਕੋਈ ਵੀ ਸਮਾਨ ਘਰ ਦੇ ਵਿੱਚ ਨਹੀਂ ਬਚਿਆ ਪਰ ਇੱਕ ਚੰਗੀ ਖਬਰ ਹੈ ਕਿ ਪੂਰੇ ਪਰਿਵਾਰ ਦੀ ਜਾਨ ਬਚ ਗਈ ਹੈ। ਇਸ ਲੜਕੀ ਵੱਲੋਂ ਜੋ ਬਹਾਦਰੀ ਦਿਖਾਈ ਗਈ ਹੈ ਉਸ ਦੀ ਹਰ ਪਾਸੇ ਤਾਰੀਫ ਕੀਤੀ ਜਾ ਰਹੀ ਹੈ। ਰੈੱਡ ਕਰਾਸ ਵੱਲੋਂ ਇੱਕ ਫੰਡ ਰੇਜ਼ਰ ਚਲਾਇਆ ਗਿਆ ਹੈ ਤਾਂ ਕਿ ਪਰਿਵਾਰ ਨੂੰ ਜੋ ਕੱਪੜੇ ਨੇ ਤੇ ਹੋਰ ਮਦਦ ਦਾ ਸਮਾਨ ਮਿਲ ਜਾਵੇ। ਲਾਸ ਆਫ ਸਮੈਲ ਕੋਵਿਡ ਵਾਇਰਸ ਦਾ ਹਲਕਾ ਲੱਛਣ ਮੰਨਿਆ ਜਾਂਦਾ ਹੈ ਪਰ ਟੈਕਸਸ ਦੇ ਇੱਕ ਪਰਿਵਾਰ ਦੇ ਲਈ ਇਹ ਕਾਫੀ ਭਾਰੀ ਪੈਣਾ ਸੀ ਜੇਕਰ ਘਰ ਦੇ ਵਿੱਚ ਇੱਕ ਸਿਹਤਮੰਦ ਬੱਚੀ ਨਾ ਹੁੰਦੀ। ਬਿਆਂਕਾ ਨੇ ਘਰ ਦੇ ਵਿੱਚ ਧੂਆਂ ਦੇਖਿਆ ਤਾਂ ਉਸ ਨੂੰ ਕਾਫੀ ਸ਼ਾਰਪ ਸਮੈਲ ਆਈ। ਘਰ ਦੇ ਬਾਕੀ ਸਭ ਦੀ ਕੋਵਿਡ ਕਾਰਨ ਸੈਂਸ ਆਫ ਸਮੈਲ ਜਾਣੀ ਕਿ ਸੁੰਘਣ ਦੀ ਸ਼ਕਤੀ ਜਾ ਚੁੱਕੀ ਸੀ। ਹੋਇਆ ਇਹ ਕਿ ਰਾਤ ਦੇ 2 ਵਜੇ ਦੇ ਕਰੀਬ ਘਰ ਦੇ ਵਿੱਚ ਅੱਗ ਲੱਗ ਗਈ। ਇਹ ਘਟਨਾ ਜਨਵਰੀ 15 ਦੀ ਦੱਸੀ ਗਈ ਹੈ। ਬਿਆਂਕਾ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਹ ਪਰਿਵਾਰ ਦੇ 3 ਜੀਆਂ ਨੂੰ ਉਠਾਉਣ ਦੇ ਲਈ ਭੱਜੀ। ਉਸਨੇ ਦੱਸਿਆ ਕਿ ਉਸ ਨੂੰ ਪਲਾਸਟਿਕ ਜਲਣ ਦੀ ਬਦਬੂ ਆਈ। ਫਿਰ ਉਹ ਕਮਰੇ ਤੋਂ ਬਾਹਰ ਭੱਜੀ ਅਤੇ ਉਸਨੇ ਸਭ ਨੂੰ ਉਠਾਇਆ। ਫਿਰ ਉਸਨੇ ਪਰਿਵਾਰ ਦੀ ਜਲਦੀ ਦੇ ਨਾਲ ਜਾਨ ਬਚਾਈ। ਇਸ ਬਹਾਦਰੀ ਦੇ ਕਰਕੇ ਹਰ ਪਾਸੇ ਉਸਦੀ ਤਾਰੀਫ ਕੀਤੀ ਜਾ ਰਹੀ ਹੈ ਪਰ ਬਿਆਂਕਾ ਨੇ ਕਿਹਾ ਕਿ ਉਹ ਕੋਈ ਹੀਰੋ ਨਹੀਂ ਹੈ ਬਲਕਿ ਉਸਨੇ ਉਹੀ ਕੀਤਾ ਜੋ ਹਰ ਕੋਈ ਆਪਣੇ ਪਰਿਵਾਰ ਦੀ ਸੁਰੱਖਿਆ ਦੇ ਲਈ ਕਰਦਾ ਹੈ। ਘਰ ਪੂਰੀ ਤਰ੍ਹਾਂ ਦੇ ਨਾਲ ਜਲ ਚੁੱਕਿਆ ਹੈ। ਉੱਥੇ ਕੁਝ ਵੀ ਨਹੀਂ ਬਚਿਆ ਪਰ ਰਾਹਤ ਦੀ ਖਬਰ ਰਹੀ ਕਿ ਪਰਿਵਾਰ ਦੇ ਸਾਰੇ ਜੀਅ ਸਹੀ ਸਲਾਮਤ ਹਨ। ਰੈੱਡ ਕਰਾਸ ਨੇ ਫੰਡ ਰੇਜ਼ਰ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਪਰਿਵਾਰ ਨੂੰ ਕੱਪੜੇ ਅਤੇ ਜ਼ਰੂਰਤ ਦੀਆਂ ਚੀਜ਼ਾਂ ਮਿਲ ਸਕਣ। ਅੱਗ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਇਸ ਦੀ ਜਾਣਕਾਰੀ ਫਾਇਰ ਡਿਪਾਰਟਮੈਂਟ ਨੇ ਟਵਿੱਟਰ ਦੇ ਉੱਪਰ ਸਾਂਝੀ ਕੀਤੀ ਹੈ ਤੇ ਨਾਲ ਹੀ ਲਿਖਿਆ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਫਾਇਰ ਅਲਾਰਮ ਜ਼ਰੂਰ ਲਗਾਉਣ। ਫਾਇਰ ਡਿਪਾਰਟਮੈਂਟ ਨੇ ਕਿਹਾ ਹੈ ਕਿ ਪਰਿਵਾਰ ਕਾਫੀ ਖੁਸ਼ਕਿਸਮਤ ਹੈ ਜੋ ਉਹਨਾਂ ਦੀ ਇਸ ਘਟਨਾ ਦੇ ਵਿੱਚ ਜਾਨ ਬਚ ਗਈ ਹੈ। ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਸਾਲਾਨਾ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਣਾ ਹੈ। ਅਜਿਹੇ ਦੇ ਵਿੱਚ ਜੋ ਪਿਛਲੇ ਸਾਲ ਦਾ ਟੀਚਾ ਸੀ ਉਹ ਵੀ ਪੂਰਾ ਨਹੀਂ ਹੋਇਆ। ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਮੀਗ੍ਰੇਸ਼ਨ ਮੰਤਰੀ ਨੂੰ ਇਹ ਗੱਲ ਕਹੀ ਗਈ ਹੈ ਕਿ ਵੱਧ ਤੋਂ ਵੱਧ ਪ੍ਰਵਾਸੀਆਂ ਨੂੰ ਕੈਨੇਡਾ ਦੇ ਵਿੱਚ ਬੁਲਾਇਆ ਜਾਵੇ। ਸੋ ਇਹ ਉਹਨਾਂ ਵੱਲੋਂ ਕਿਸ ਤਰ੍ਹਾਂ ਕਿਹਾ ਗਿਆ ਹੈ ਖਬਰ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਨਾਲ ਹੀ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਜੋ ਪੱਕੇ ਹੋਣ ਵਾਲੇ ਨੇ ਉਹਨਾਂ ਦੇ ਵਾਸਤੇ ਵੀ ਇੱਕ ਖੁਸ਼ਖਬਰੀ ਆਈ ਹੈ। ਕੀ ਹੈ ਉਹ ਖੁਸ਼ਖਬਰੀ, ਦੇਖੋ ਇਸ ਖਬਰ ਦੇ ਰਾਹੀਂ। ਕੈਨੇਡਾ ਦੇ ਵਿੱਚ ਹੁਣ ਵੱਧ ਪ੍ਰਵਾਸੀਆਂ ਨੂੰ ਸੱਦਿਆ ਜਾਵੇਗਾ। ਕੈਨੇਡਾ ਵੱਲੋਂ ਆਪਣੇ ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ ਤਹਿਤ ਸਾਲਾਨਾ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕਰਨ ਦਾ ਟੀਚਾ ਰੱਖਿਆ ਗਿਆ। ਇਸ ਟਾਰਗੇਟ ਨੂੰ ਪੂਰਾ ਕਰਨ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜੋ ਪਿਛਲੇ ਸਾਲ ਮਿੱਥਿਆ ਗਿਆ ਸੀ ਉਹ ਟਾਰਗੇਟ ਪੂਰਾ ਨਾ ਹੋਣ ਕਰਕੇ ਉਸ ਨੂੰ ਵੀ ਇਸ ਸਾਲ ਜਾਰੀ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਮੀਗ੍ਰੇਸ਼ਨ ਮੰਤਰੀ ਨੂੰ ਨਿਊ ਸਪਲੀਮੈਂਟਰੀ ਮੈਂਡੇਟ ਲੈਟਰ ਦਿੱਤਾ ਗਿਆ। ਇਹ ਲੈਟਰ ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਸਭ ਤੋਂ ਜ਼ਰੂਰੀ ਪਾਲਿਸੀ ਡਾਕੂਮੈਂਟ ਹੈ। ਇਸ ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਲੈਵਲਸ ਪਲਾਨ ਦਾ ਜ਼ਿਕਰ ਕੀਤਾ ਗਿਆ। ਇਸ ਦੇ ਵਿੱਚ ਕਿਹਾ ਗਿਆ ਕਿ ਕੈਨੇਡਾ ਦੇ ਵਿੱਚ ਵੱਧ ਤੋਂ ਵੱਧ ਇਮੀਗ੍ਰੈਂਟਸ ਨੂੰ ਬੁਲਾਇਆ ਜਾਵੇ। ਹੁਣ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਕਿ ਕੈਨੇਡਾ ਦੀ ਇਕਨੋਮੀ ਦੇ ਲਈ ਜ਼ਿਆਦਾ ਪ੍ਰਵਾਸੀ ਇੱਥੇ ਆਉਣ। ਇਸ ਵਾਸਤੇ ਸਟਾਫ ਨੂੰ ਵੀ ਵਧਾਇਆ ਜਾ ਰਿਹਾ ਹੈ। ਜੋ ਕੈਨੇਡਾ ਦੇ ਵਿੱਚ ਪੱਕੇ ਹੋਣਾ ਚਾਹੁੰਦੇ ਹਨ ਉਹਨਾਂ ਦੇ ਲਈ ਵੀ ਖੁਸ਼ਖਬਰੀ ਸਾਹਮਣੇ ਆਈ ਹੈ ਕਿਉਂਕਿ ਹਰ ਦੂਜੇ ਹਫ਼ਤੇ ਹੁਣ ਲਾਟਰੀ ਕੱਢੀ ਜਾਵੇਗੀ। 2021 ਉਹਨਾਂ ਲੋਕਾਂ ਦੇ ਲਈ ਇੱਕ ਵੱਡੀ ਰਾਹਤ ਲੈ ਕੇ ਆਇਆ ਹੈ ਜੋ ਕਿ ਕੈਨੇਡਾ ਦੇ ਵਿੱਚ ਪੱਕੇ ਹੋਣਾ ਚਾਹੁੰਦੇ ਹਨ। ਪਿਛਲੇ ਸਾਲ ਵਾਂਗ ਇਸ ਸਾਲ ਵੀ ਐਕਸਪ੍ਰੈਸ ਐਂਟਰੀ ਰਾਹੀਂ ਡਰਾਅ ਕੱਢਣ ਦਾ ਸਿਲਸਿਲਾ ਜਾਰੀ ਰਹੇਗਾ।
ਪਿਛਲੇ ਹਫਤੇ 2021 ਦੇ ਪਹਿਲੇ ਡਰਾਅ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ 4750 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ। ਜੋ ਇੰਟਰਨੈਸ਼ਨਲ ਸਟੂਡੈਂਟਸ ਹਨ ਉਹਨਾਂ ਨੂੰ ਫਿਲਹਾਲ ਇਹੀ ਕਿਹਾ ਗਿਆ ਹੈ ਕਿ ਉਹ ਆਪਣੀ ਆਨਲਾਈਨ ਪੜ੍ਹਾਈ ਨੂੰ ਜਾਰੀ ਰੱਖਣ। ਉਹਨਾਂ ਨੂੰ ਅਪ੍ਰੈਲ 2021 ਤੱਕ ਕੈਨੇਡਾ ਦੇ ਵਿੱਚ ਪਹੁੰਚ ਕੇ ਆਪਣੀ ਪੜ੍ਹਾਈ ਜਾਰੀ ਰੱਖਣ ਅਤੇ ਵਰਕ ਪਰਮਿਟ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ। ਕੈਲੀਫੋਰਨੀਆ ਦੀਆਂ 9 ਕਾਉਂਟੀਜ਼ ਦੇ ਵਿੱਚ ਬਿਜਲੀ ਬੰਦ ਹੋ ਸਕਦੀ ਹੈ। 2,80,000 ਦੇ ਕਰੀਬ ਲੋਕ ਇਸ ਦੇ ਨਾਲ ਪ੍ਰਭਾਵਿਤ ਹੋ ਸਕਦੇ ਹਨ। ਦਰਅਸਲ ਇੱਥੇ ਜੋ ਤੇਜ਼ ਹਵਾਵਾਂ ਚੱਲ ਰਹੀਆਂ ਨੇ ਉਸ ਦੇ ਕਰਕੇ ਇਹ ਕਦਮ ਆਫੀਸ਼ੀਅਲਸ ਦੇ ਵੱਲੋਂ ਚੁੱਕਿਆ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਇੱਥੇ ਨਾ ਵਾਪਰੇ। ਕੈਲੀਫੋਰਨੀਆ ਦੀਆਂ 9 ਕਾਉਂਟੀਜ਼ ਦੇ ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਸਕਦਾ ਹੈ। ਇਨ੍ਹਾਂ ਖੇਤਰਾਂ ਦੇ ਵਿੱਚ ਸੈਂਟਾ ਐਨਾ ਵਿੰਡ ਦੇ ਕਾਰਨ ਫਾਇਰ ਰਿਸਕ ਨੂੰ ਘੱਟ ਕਰਨ ਦੇ ਲਈ ਆਫੀਸ਼ੀਅਲਸ ਦੇ ਵੱਲੋਂ ਇੱਕ ਕਦਮ ਚੁੱਕਿਆ ਜਾ ਰਿਹਾ ਹੈ। ਦੱਸੀਏ ਕਿ ਕੱਲ ਇਹ ਹਵਾਵਾਂ 90 MPH ਦੀ ਰਫ਼ਤਾਰ ਦੇ ਨਾਲ ਸੈਕਰਾਮੈਂਟੋ ਤੋਂ ਬੇ ਏਰੀਆ ਦੇ ਵਿੱਚ ਚੱਲੀਆਂ। ਟਾਹੋ ਦੇ ਵਿੱਚ ਵੀ 90 MPH ਵਿੰਡ ਗਸਟ ਰਿਕਾਰਡ ਕੀਤੀ ਗਈ। ਕੈਲੀਫੋਰਨੀਆ ਦੀ ਵਿੰਡ ਗਸਟ ਕੈਟੇਗਰੀ ਦੂਸਰੇ ਹੁਰੀਕੇਨ ਜਿੰਨੀ ਤੇਜ਼ ਹੋ ਸਕਦੀ ਹੈ। ਅੱਜ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਜਿਸ ਦੇ ਕਰਕੇ ਪਬਲਿਕ ਸੇਫਟੀ ਪਾਵਰ ਸ਼ਟ ਆਫ ਦੇ ਨਾਲ 2,80,000 ਲੋਕ ਪ੍ਰਭਾਵਿਤ ਹੋਣਗੇ। ਇਹ ਪ੍ਰਭਾਵ ਲਾਸ ਏਂਜਲਸ, ਵੈਂਚੂਰਾ ਕਾਉਂਟੀਜ਼ ਦੇ ਵਿੱਚ ਵਧੇਰੇ ਦੇਖਣ ਨੂੰ ਮਿਲੇਗਾ ਤੇ ਫ੍ਰਿਜ਼ਨੋ, ਕੈਨ, ਔਰੇਂਜ, ਰਿਵਰਸਾਈਡ, ਸੈਨ ਬਰਨਾਰਡਿਨੋ, ਸੈਂਟਾ ਬਾਰਬਰਾ ਅਤੇ ਟੁਲੇਰ ਕਾਉਂਟੀਜ਼ ਦੇ ਵਿੱਚ ਐਕਸਟੈਂਡ ਹੋਵੇਗਾ। SCE ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਦੋਂ ਵਾਈਲਡ ਫਾਇਰ ਦਾ ਵੱਧ ਖਤਰਾ ਹੋਵੇ ਤਾਂ ਸਾਨੂੰ ਪਾਵਰ ਸ਼ਟ ਆਫ ਕਰਨੀ ਪੈਂਦੀ ਹੈ ਤਾਂ ਕਿ ਕੁਝ ਗਲਤ ਨਾ ਵਾਪਰੇ। ਦੱਸੀਏ ਕਿ ਇਹ ਵਿੰਡ ਇਸ ਸੀਜ਼ਨ ਦੀ ਸਭ ਤੋਂ ਸਟਰੋਂਗੈਸਟ ਵਿੰਡ ਹੋ ਸਕਦੀ ਹੈ। ਟਰੰਪ ਆਪਣੇ ਕਾਰਜਕਾਲ ਦੇ ਆਖਰੀ ਦਿਨ 100 ਲੋਕਾਂ ਨੂੰ ਮੁਆਫ ਕਰ ਸਕਦੇ ਹਨ। ਜੀ ਹਾਂ, ਉਹਨਾਂ ਵੱਲੋਂ ਇਹ ਮੁਆਫੀਆਂ ਜਾਰੀ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਵਿੱਚ ਟਰੰਪ ਦਾ ਖੁਦ ਦਾ ਨਾਮ ਸ਼ਾਮਿਲ ਹੋਵੇਗਾ ਜਾਂ ਨਹੀਂ ਇਸ ਦੇ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਇਹ ਜੋ ਪੂਰੀ ਮਾਮਲਾ ਹੈ, ਜੋ ਪੂਰੀ ਖਬਰ ਹੈ ਉਹ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ। ਵਾਈਟ ਹਾਊਸ ਵੱਲੋਂ ਸ਼ਨੀਵਾਰ ਨੂੰ ਇੱਕ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਲਿਸਟ ਨੂੰ ਫਾਈਨਲ ਕਰ ਲਿਆ ਗਿਆ ਹੈ, ਪਰ ਦੱਸ ਦਈਏ ਇਹ ਕਿਹਾ ਜਾ ਰਿਹਾ ਹੈ ਕਿ ਜੋ ਡੋਨਲਡ ਟਰੰਪ ਦੀ ਦੂਸਰੀ ਵਾਰ ਇੰਪੀਚਮੈਂਟ ਹੋਈ ਹੈ ਕਿਉਂਕਿ ਇੱਥੇ ਜੋ ਹਿੰਸਾ ਅਮਰੀਕਾ ਦੇ ਵਿੱਚ ਵਾਪਰੀ ਸੀ ਉਸ ਦੇ ਚੱਲਦਿਆਂ ਹੁਣ ਇਸ ਪਾਰਡਨ ਲਿਸਟ ਦੇ ਵਿੱਚ ਟਰੰਪ ਦਾ ਨਾਮ ਸ਼ਾਮਿਲ ਕਰਨਾ ਕਾਫੀ ਜ਼ਿਆਦਾ ਗੁੰਝਲਦਾਰ ਹੋ ਗਿਆ ਹੈ। ਖਬਰ ਸਾਹਮਣੇ ਆਈ ਹੈ ਕਿ ਟਰੰਪ ਆਪਣੇ ਕਾਰਜਕਾਲ ਦੇ ਆਖਰੀ ਦਿਨ 100 ਮੁਆਫੀ ਅਤੇ ਕਮਿਊਟੇਸ਼ਨਸ ਜਾਰੀ ਕਰ ਸਕਦੇ ਹਨ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਹੈ। ਇਸ ਦੇ ਵਿੱਚ ਵਾਈਟ ਕਾਲਰ ਕ੍ਰਿਮੀਨਲਸ, ਹਾਈ ਪ੍ਰੋਫਾਈਲ ਰੇਪਰਸ ਅਤੇ ਹੋਰ ਕਈ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਨੂੰ ਟਰੰਪ ਮੁਆਫ ਕਰਨਗੇ। ਅਜੇ ਤੱਕ ਇਸ ਦੇ ਵਿੱਚ ਟਰੰਪ ਦਾ ਨਾਮ ਸ਼ਾਮਿਲ ਨਹੀਂ ਹੈ। ਵਾਈਟ ਹਾਊਸ ਵੱਲੋਂ ਇੱਕ ਮੀਟਿੰਗ ਸ਼ਨੀਵਾਰ ਨੂੰ ਕੀਤੀ ਗਈ ਸੀ ਜਿਸ ਦੇ ਵਿੱਚ ਪਾਰਡਨਸ ਦੇ ਲਈ ਲਿਸਟ ਫਾਈਨਲ ਕੀਤੀ ਗਈ ਹੈ। ਟਰੰਪ ਆਖਰੀ ਮਿੰਟ ਦੇ ਉੱਪਰ ਇਹ ਫੈਸਲਾ ਲੈ ਸਕਦੇ ਹਨ ਕਿ ਆਪਣੇ ਆਪ ਨੂੰ ਜਾਂ ਫਿਰ ਪਰਿਵਾਰਕ ਮੈਂਬਰਾਂ ਨੂੰ ਮੁਆਫੀ ਜਾਰੀ ਕਰਨੀ ਹੈ। ਫਾਈਨਲ ਬੈਚ ਦੇ ਵਿੱਚ ਕ੍ਰਿਮੀਨਲ ਜਸਟਿਸ ਰਿਫਾਰਮ ਮਾਈਂਡਡ ਪਾਰਡਨਸ ਅਤੇ ਹੋਰ ਕੰਟਰੋਵਰਸ਼ੀਅਲ ਐਲੀਜ਼ ਸ਼ਾਮਿਲ ਹੋ ਸਕਦੀਆਂ ਨੇ। ਇਹ ਕਦਮ ਟਰੰਪ ਵੱਲੋਂ ਆਪਣੇ ਰਾਸ਼ਟਰਪਤੀ ਤੌਰ ਦੇ ਉੱਪਰ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਚੁੱਕਿਆ ਜਾਣਾ ਜ਼ਰੂਰੀ ਹੈ। ਵਾਈਟ ਹਾਊਸ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਅਜੇ ਐਗਜ਼ੀਕਿਊਟਿਵ ਆਰਡਰਸ ਤਿਆਰ ਕਰਨੇ ਬਾਕੀ ਹਨ। ਜੋ 6 ਜਨਵਰੀ ਨੂੰ ਅਮਰੀਕਾ ਦੇ ਵਿੱਚ ਹਿੰਸਾ ਭੜਕੀ ਸੀ ਜਿਸ ਦੇ ਚੱਲਦਿਆਂ ਟਰੰਪ ਨੂੰ ਦੂਸਰੀ ਵਾਰ ਇੰਪੀਚ ਕੀਤਾ ਗਿਆ ਸੀ, ਇਸ ਨੂੰ ਦੇਖਦਿਆਂ ਟਰੰਪ ਵੱਲੋਂ ਆਪਣੇ ਆਪ ਨੂੰ ਪਾਰਡਨ ਦੇ ਵਿੱਚ ਸ਼ਾਮਿਲ ਕਰਨਾ ਗੁੰਝਲਦਾਰ ਹੋ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਦੇ ਵਿੱਚ ਟਰੰਪ ਦਾ ਨਾਮ ਸ਼ਾਮਿਲ ਹੁੰਦਾ ਹੈ ਜਾਂ ਫਿਰ ਨਹੀਂ, ਪਰ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਜ਼ਰੂਰ ਸਾਹਮਣੇ ਆਈ ਹੈ ਕਿ ਟਰੰਪ 100 ਲੋਕਾਂ ਨੂੰ ਮੁਆਫ ਕਰ ਸਕਦੇ ਹਨ। ਓਨਟਾਰੀਓ ਦੇ ਵਿੱਚ ਹਸਪਤਾਲਾਂ 'ਚ ਜੋ ਲਗਾਤਾਰ ਕੋਵਿਡ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ICU ਦੇ ਵੀ ਮਰੀਜ਼ ਲਗਾਤਾਰ ਵਧਦੇ ਜਾ ਰਹੇ ਹਨ, ਉੱਥੇ ਬੈੱਡਾਂ ਦੀ ਕਮੀ ਦੇਖੀ ਜਾ ਰਹੀ ਹੈ। ਅਜਿਹੇ ਦੇ ਵਿੱਚ ਓਨਟਾਰੀਓ ਸਰਕਾਰ ਕਦਮ ਚੁੱਕ ਰਹੀ ਹੈ। ਉਹਨਾਂ ਵੱਲੋਂ ਹਸਪਤਾਲਾਂ ਦੇ ਵਿੱਚ ਜੋ ਅਲੱਗ ਵਾਧੂ ਬੈੱਡ ਨੇ ਉਹਨਾਂ ਨੂੰ ਲਗਾਇਆ ਜਾਏਗਾ ਤਾਂ ਕਿ ਹਾਲਾਤਾਂ ਨੂੰ ਕਾਬੂ ਦੇ ਵਿੱਚ ਕੀਤਾ ਜਾਵੇ। ਓਨਟਾਰੀਓ ਦੇ ਵਿੱਚ ਜੋ ਕੋਵਿਡ-19 ਦੇ ਕਰਕੇ ਹਾਲਾਤ ਬਣੇ ਹੋਏ ਨੇ ਤੇ ਅਜਿਹੇ ਵਿੱਚ ਜੋ ਮਰੀਜ਼ਾਂ ਦੀ ਲਗਾਤਾਰ ਗਿਣਤੀ ਹਸਪਤਾਲਾਂ ਦੇ ਵਿੱਚ ਵਧਦੀ ਜਾ ਰਹੀ ਹੈ, ਉਸ ਨੂੰ ਦੇਖਦਿਆਂ ਓਨਟਾਰੀਓ ਸਰਕਾਰ ਇਨ੍ਹਾਂ ਹਸਪੀਟਲਸ ਨੂੰ 500 ਹੋਰ ਬੈੱਡ ਦੇਵੇਗੀ। ਓਨਟਾਰੀਓ ਸਰਕਾਰ ਨੇ ਕਿਹਾ ਹੈ ਕਿ ਹਸਪਤਾਲਾਂ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਹੈ, ਉੱਥੇ ਵਾਧੂ ਬੈੱਡ ਲਗਾਏ ਜਾਣਗੇ। ਅਜਿਹਾ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂ ਕਿ ਜੋ ਜ਼ਰੂਰਤਮੰਦ ਲੋਕ ਨੇ ਉਹਨਾਂ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ। ਮੈਕਨਜ਼ੀ ਹੈਲਥ ਹਸਪੀਟਲ ਨੂੰ 35 ਬੈੱਡ ਦਿੱਤੇ ਜਾਣਗੇ। ਪ੍ਰੀਮੀਅਰ ਡਗਫੋਰਡ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਬਹੁਤ ਸਾਰੇ ਹਸਪੀਟਲਸ ਦੇ ਵਿੱਚ ਬਿਸਤਰਿਆਂ ਦੀ ਕਮੀ ਹੋ ਰਹੀ ਹੈ ਤੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਤਾਂ ਅਜਿਹੇ ਹਾਲਾਤ ਹਨ ਕਿ ਇੱਥੇ ICU ਵਾਰਡ ਭਰ ਚੁੱਕੇ ਹਨ ਤੇ ਕਈਆਂ ਦੇ ਵਿੱਚ 1-2 ਦਿਨ ਵਿੱਚ ਇਹ ਵਾਰਡ ਭਰ ਜਾਣਗੇ।
ਇਸ ਦੇ ਨਾਲ ਹੀ ਇੱਕ ਨਵਾਂ ਹਸਪੀਟਲ ਵੀ ਖੋਲ੍ਹਿਆ ਜਾ ਰਿਹਾ ਹੈ ਜਿੱਥੇ 150 ਜਨਰਲ ਮੈਡੀਕਲ ਬੈੱਡਸ ਦਾ ਪ੍ਰਬੰਧ ਹੋਵੇਗਾ। ਓਨਟਾਰੀਓ ਦੇ ਹੈਲਥ ਮੁਖੀ ਅਤੇ CEO ਨੇ ਇਹ ਜਾਣਕਾਰੀ ਦਿੱਤੀ ਸੀ ਕਿ ਕੋਰੋਨਾ ਮਰੀਜ਼ਾਂ ਦਾ ਪੂਰਾ ਧਿਆਨ ਰੱਖਣ ਦੇ ਲਈ ਹਸਪਤਾਲਾਂ ਦੇ ਵਿੱਚ ਬਿਸਤਰਿਆਂ ਦੀ ਗਿਣਤੀ ਨੂੰ ਵਧਾਉਣਾ ਬੇहद ਜ਼ਰੂਰੀ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਨਾਲ ਹੀ ਦੱਸਾਂਗੇ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਕੇਸਿਸ ਓਵਰਵਿਊ ਹੈ। 24 ਘੰਟਿਆਂ ਦੌਰਾਨ ਓਨਟਾਰੀਓ ਤੋਂ 1913 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 40 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਇੱਥੇ ਜਾਨ ਵੀ ਗਈ ਹੈ। ਇਸ ਸਮੇਂ ਓਨਟਾਰੀਓ ਦੇ ਵਿੱਚ 27615 ਐਕਟਿਵ ਕੇਸਿਸ ਹਨ। ਹਸਪਤਾਲ ਦੇ ਵਿੱਚ 1626 ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 400 ICU ਦੇ ਵਿੱਚ ਅਤੇ 292 ਵੈਂਟੀਲੇਟਰ ਦੇ ਉੱਪਰ ਹਨ। ਕੋਵਿਡ-19 ਦੀ ਸਥਿਤੀ ਨੂੰ ਦੇਖਦਿਆਂ ਕਿਊਬੈਕ ਪ੍ਰੀਮੀਅਰ ਨੇ ਫੈਡਰਲ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਨਾਨ ਐਸੈਂਸ਼ੀਅਲ ਇੰਟਰਨੈਸ਼ਨਲ ਫਲਾਈਟਸ ਦੇ ਉੱਪਰ ਰੋਕ ਲਗਾਇਆ ਜਾਵੇ। 24 ਘੰਟਿਆਂ ਦੌਰਾਨ ਇੱਥੇ ਆਏ ਮਾਮਲਿਆਂ ਦੀ ਗੱਲ ਕਰੀਏ ਤਾਂ 1386 ਦੇ ਕਰੀਬ ਕੋਰੋਨਾ ਵਾਇਰਸ ਦੇ ਮਾਮਲੇ ਇੱਥੋਂ ਰਿਕਾਰਡ ਕੀਤੇ ਗਏ ਹਨ। ਹੁਣ ਤੱਕ ਕਿਊਬੈਕ ਦੇ ਵਿੱਚ 2,45,734 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 2,17,575 ਦੇ ਕਰੀਬ ਇੱਥੇ ਰਿਕਵਰਡ ਕੇਸਿਸ ਹਨ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,500 ਹੈ, ਜਿਨ੍ਹਾਂ ਵਿੱਚੋਂ 212 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਦੇ ਵਿੱਚ ਇਸ ਸਮੇਂ 1,459 ਐਕਟਿਵ ਕੇਸਿਸ ਹਨ। ਹੁਣ ਤੱਕ ਕੈਨੇਡਾ ਦੇ ਵਿੱਚ 7,18,000 ਦੇ ਕਰੀਬ ਕੁੱਲ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 18,231 ਦੇ ਕਰੀਬ ਲੋਕਾਂ ਦੀ ਇਸ ਵਾਇਰਸ ਦੇ ਕਾਰਨ ਜਾਨ ਜਾ ਚੁੱਕੀ ਹੈ। 6,28,000 ਦੇ ਕਰੀਬ ਇੱਥੇ ਰਿਕਵਰਡ ਕੇਸਿਸ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਚੇਤਾਵਨੀ ਦਿੱਤੀ ਗਈ ਹੈ ਕਿ ਕੈਨੇਡਾ ਦੇ ਵਿੱਚ ਕੋਵਿਡ-19 ਟਰੈਵਲ ਰੈਸਟ੍ਰਿਕਸ਼ਨਸ ਲਗਾਈਆਂ ਜਾ ਸਕਦੀਆਂ ਨੇ ਤੇ ਇਹ ਬਿਨਾਂ ਨੋਟਿਸ ਦਿੱਤੇ ਲਗਾਈਆਂ ਜਾ ਸਕਦੀਆਂ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੱਲ ਬਦਲੇਗੀ ਅਮਰੀਕਾ ਦੀ ਸਿਆਸੀ ਤਸਵੀਰ, ਦੇਸ਼ ਦੇ ਵਿੱਚ ਲਾਗੂ ਹੋਈਆਂ ਪਾਬੰਦੀਆਂ। ਟਰੰਪ ਕਰਨਗੇ 100 ਮੁਆਫੀਆਂ ਜਾਰੀ, ਆਪਣੇ ਆਪ ਨੂੰ ਟਰੰਪ ਕਰਨਗੇ ਮੁਆਫ। ਇਸ ਹਫ਼ਤੇ ਕੈਨੇਡਾ ਨੂੰ ਨਹੀਂ ਮਿਲੇਗੀ ਕੋਰੋਨਾ ਵੈਕਸੀਨ, ਟੀਕੇ ਦੀ ਸਪਲਾਈ ਦੇ ਵਿੱਚ ਦੇਰੀ ਹੈ ਕਾਰਨ। ਕੈਲੀਫੋਰਨੀਆ ਦੀ ਬੱਤੀ ਹੋਈ ਬੰਦ, ਤੇਜ਼ ਹਵਾਵਾਂ ਕਾਰਨ ਕਰਨਾ ਪਵੇਗਾ ਅਜਿਹਾ। ਟਰੂਡੋ ਨੇ ਦਿੱਤਾ ਕੀਸਟੋਨ ਪਾਈਪਲਾਈਨ ਬਾਰੇ ਵਿੱਚ ਬਿਆਨ, ਕਿਹਾ ਬਾਈਡਨ ਤੋਂ ਉਮੀਦ ਉਹ ਸੁਣਨਗੇ ਪੱਖ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।